श्री वाहेगुरु साहिब। धन गुरु नानक, धन गुरु नानक। कल ताती ठंडा हर नाऊं, सिमर सिमर सदा सुख पाओ। कलयुग रथगण का कूड़ अगे रथवा। कल में वेद थरबण हुआ, नाव खदाई अलह पया। कलयुग की सुन साधना, कर्म किरत की चले ना काई। बिना भजन भगवान दी, भगती बाज ना होर दवाई। बिन हर भजन नहीं छुटकारा। बिन हर भजन नहीं छुटकारा। ये कलयुग दे लोग मतलबी स्वार्थी होणगे, निगुरे होणगे, गुरु पीर वाली ने वाले नहीं होणगे। गुरु पीर वाले नहीं होणगे। सारी उम्र भी कोई महापुरुष इन्हां दे विच रवे ते पछाणनगे नहीं। ये लोग कलयुग दे, कलयुग बुद्ध नूं फड़ेगा, बुद्ध नूं, बुद्ध भ्रिष्ट करेगा। जे को नाव लय बदनामी, कल के लक्षण यही। ये गुरु नानक देव जी सब कुछ पहलो ही आ गए। इन्हां लोकां दा कोई गुरु पीर नहीं होएगा। इन्हां लोकां दा कोई धर्म नहीं होएगा। कलयुग का कर्म धर्म ना कोई। कली का जन्म चिंडाल के कर होई। पर कोई विरला, कहते कोई भी नहीं होएगा। नहीं जी, कोई विरला। नानक कोटन में को नारायण जय चीज। आज दुनिया कलयुग दे विच पूरी डरी हुई है। डरदे कौन ने? डर डर पचे मनमुख बिचारे। गुरमुख नहीं डरदे, वो रब दे भरोसा रखते हैं। संयमी जरूर ने, मर्यादा पुरुषोत्तम ने, नेम नियमां वाले आ। ये कलयुग दे लोग मतलबी स्वार्थी, इन्हां दा कोई काम नहीं।
कोई बिरला गुरमुख, कोई बिरला गुरमुख एक बार जापड़ो सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु वाहे गुरु जी। ਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਮਹਾਂਪੁਰਖ ਨੂੰ ਨਹੀਂ ਪਛਾਣਨਗੇ, ਆਪਣੇ ਆਪਣੇ ਮਹਾਂਪੁਰਖ ਬਣਾਉਣਗੇ, ਆਪਣੇ ਆਪਣੇ ਗੁਰੂ ਬਣਾਉਣਗੇ। ਮਹਾਂਪੁਰਖ ਕਾਹੂ ਨਾ ਪਛਾਣਨਾ। ਜਿੱਥੇ ਝੂਠ ਤੇ ਝੂਠ ਪ੍ਰਧਾਨ ਹੈ, ਕੂੜ ਫਿਰੇ ਪ੍ਰਧਾਨ ਮੇਲਾ ਲਓ। ਇਹਨਾਂ ਲੋਕਾਂ ਦੀਆਂ ਗੱਲਾਂ ਥੱਕ ਗਈਆਂ ਨੇ, ਇੱਥੇ ਕੂੜ ਪ੍ਰਧਾਨ ਹੋਇਆ ਫਿਰਦਾ। ऐसा समा कलयुग का ऐसा समा गुरु नूं थां नहीं दिती गुरु गोबिंद सिंह महाराज नूं। कई लोगों ने हथ जोड़े बाहरों बाहर। इन्ना घोर कलयुग औखे समय पछाण हुंदी है प्रीखिया दे विच। औखे समय सारियां ने तनखावां मंग लियां गुरु साहब तो। माझे वाले बधावा दे गए, मालवे दे सारियां ने तनखावां मंग ली। एक गुरमुख रह गया। आखो कहते कोई रह गया है। तनखावां मंगते गुरु साहब कहते कोई रह गया है जी। कोई नहीं रह गया। कहते भाई कोई एक अद्धा रह गया होवे सारियां चों। सारी जवाब दे जाते आ, असीं नहीं नाल चल सकते, असीं नहीं मर सकते, सानू तनखावां दिओ। तां भाई दान सिंह रह गया। आखो कोई विरला गुरमुख। गुरु साहब ने सारियां सिखां मसंदां दियां ਪ੍ਰੀਖਿਆ ਕੀਤੀ। ਵੀ ਇਹ ਸੱਚ ਤੇ ਚੱਲਦੇ ਆ, ਧਰਮ ਤੇ ਚੱਲਦੇ ਆ ਕਿ ਲੋਭੀ ਹੋ ਗਏ ਨੇ, ਫੜ ਫੜ ਕੇ ਲਿਆਂਦੇ।
ਇੱਕ ਮਹਾਂਪੁਰਖ ਸੀ, ਉਹਦੀ ਬੜੀ ਕਮਾਈ ਸੀ, ਬੜੇ ਲੰਗਰ ਚੱਲਦੇ ਸੀ, ਬਹੁਤ ਰੱਬ ਦਾ ਨਾਮ ਜਪਦਾ ਸੀ। ਦਾੜਾ ਬਹੁਤ ਵੱਡਾ ਸੀ ਹੁੰਦਾ, ਭਾਈ ਫੇਰੂ ਦਾ। ਗੁਰੂ ਸਾਹਿਬ ਨੇ ਕਿਹਾ ਉਹਨੂੰ ਦਾੜੀਆਂ ਫੜ ਕੇ ਲਿਆਉਣਾ, ਕਿਉਂਕਿ ਉਸ ਸਮੇਂ ਸਾਰੇ ਮਸੰਦਾਂ ਦੀ ਰਿਪੋਰਟ, ਮਸੰਦ ਕੌਣ ਸੀ? ਜਿਹੜੇ ਸੰਤ ਮਹੰਤ ਮਹਾਂਪੁਰਖ, ਗੁਰੂ ਘਰ ਦੇ ਮਾਇਆ ਭੇਜਣ ਵਾਲੇ, ਗੁਰਾਈਆਂ ਲੈਣ ਵਾਲੇ, ਇਲਾਕਿਆਂ ਦੇ ਜਥੇਦਾਰ, ਸਾਰੇ ਇਲਾਕਿਆਂ ਵਿੱਚ ਉਹ ਵੰਡੇ ਹੋਏ ਸੀ। ਉਹਨਾਂ ਕੋਲ ਹੀ ਕਾਰ ਭੇਟਾ ਸਭ ਕੁਝ ਆਉਂਦੀ ਸੀ, ਇਲਾਕਾ ਉਹਨਾਂ ਨੂੰ ਹੀ ਦਿੰਦਾ। ਕਿਆ ਲਿਆਓ ਫੜ ਕੇ ਦਾੜੀਆਂ, ਹੁਕਮ ਗਿਆ। ਉੱਥੇ ਵੇਖਿਆ ਸਿੱਖਾਂ ਨੇ, ਜਦੋਂ ਪ੍ਰਤਾਪ ਦੇਖਿਆ, ਜਿਸ ਹਿਸਾਬ ਨਾਲ ਸਿੱਖਾਂ ਨੂੰ ਭੇਜਿਆ ਸੀ, ਸਿੱਖ ਠੰਡੇ ਹੀ ਪੈ ਗਏ। ਨਿਰਮਲ ਰੂਹ ਵੇਖ ਕੇ, ਨਾਮ ਦਾ ਪ੍ਰਤਾਪ ਦੇਖ ਕੇ, ਸੱਚ ਤੇ ਵਡਿਆਈਆਂ ਵੇਖ ਕੇ, ਭਾਈ ਫੇਰੂ ਜੀ ਕਹਿਣ ਲੱਗੇ ਮੇਰੇ ਗੁਰੂ ਦਾ ਹੁਕਮ ਸੁਣਾਓ ਤੁਸੀਂ। ਉਹ ਕਹਿੰਦੇ ਜੀ ਅਸੀਂ ਨਹੀਂ ਸੁਣਾ ਸਕਦੇ, ਸਾਡੇ 'ਚ ਹਿੰਮਤ ਨਹੀਂ ਤੁਹਾਡਾ ਪ੍ਰਤਾਪ ਦੇਖ ਕੇ। ਕਹਿੰਦੇ ਮੇਰਾ ਕੋਈ ਪ੍ਰਤਾਪ ਨਹੀਂ, ਮੇਰੇ ਗੁਰੂ ਦਾ ਹੀ ਪ੍ਰਤਾਪ ਹੈ, ਮੇਰੇ ਗੁਰੂ ਦਾ ਹੁਕਮ ਸੁਣਾਓ। ਕਹਿੰਦੇ ਜੀ ਅਸੀਂ ਨਹੀਂ ਸੁਣਾ ਸਕਦੇ। ਉਹਨੇ ਕਿਹਾ ਫਿਰ ਤੁਸੀਂ ਗੁਰੂ ਦੇ ਸਿੱਖ ਜੇ, ਗੁਰੂ ਦੀ ਮੰਨੋ। ਕਹਿੰਦੇ ਜੀ ਅਸੀਂ ਉਹ ਕਰ ਹੀ ਨਹੀਂ ਸਕਦੇ, ਗੁਰੂ ਦਾ ਹੁਕਮ ਹੈ ਦਾੜੀਆਂ ਫੜ ਕੇ ਲਿਆਉਣਾ ਹੈ, ਅਸੀਂ ਤੁਹਾਡੀ ਦਾੜੀ ਨੂੰ ਹੱਥ ਨਹੀਂ ਲਾ ਸਕਦੇ, ਅਸੀਂ ਤਾਂ ਤੁਹਾਡੇ ਚਰਨ ਛੋਹ ਸਕਦੇ, ਤੁਹਾਡੀ ਕਮਾਈ ਵੱਡੀ। ਕਹਿੰਦੇ ਫਿਰ ਮੈਂ ਤਾਂ ਦਾੜੀ ਫੜਾ ਕੇ ਹੀ ਜਾਵਾਂਗਾ। ਆਖੋ ਸੀ ਗੁਰੂ ਦਾ ਹੁਕਮ ਮੰਨਾਂਗਾ। ਸਾਰਾ ਇਲਾਕਾ ਮੰਨਣ ਵਾਲਾ, ਸਾਰੀ ਦੁਨੀਆ ਝੁਕਣ ਵਾਲੀ, ਹਰ ਕੰਮ ਸ਼ਕਤੀ। ਆਖੋ ਜਿਹੜੇ ਗੁਰੂ ਨਾਲ ਜੁੜਿਆ ਉਹਨਾਂ ਦਾ ਹਰ ਕੰਮ ਸ਼ਕਤੀ ਹੁੰਦਾ ਹੈ, ਉਹ ਆਪ ਪਿੱਛੇ ਹਟੇ ਹੁੰਦੇ ਆ। ਉਹਨਾਂ ਨੇ ਆਪਣੇ ਪਿਆਰੇ ਪ੍ਰਭੂ ਨੂੰ ਅੱਗੇ ਕੀਤਾ ਹੁੰਦਾ। ਜਿਹੜੇ ਆਪ ਅੱਗੇ ਹੋਏ ਨੇ ਉਹਨਾਂ ਦਾ ਹਰ ਕਾਰਜ ਪਰਮਾਤਮਾ ਦੀ ਸ਼ਕਤੀ ਨਹੀਂ ਹੁੰਦਾ, ਜੁਗਤੀ ਹੁੰਦਾ ਹੈ। ਕੁਝ ਵੀ ਕਹਿ ਲਓ, ਭਗਤੀ ਕਹਿ ਲਓ, ਪਰ ਇਹ ਜਿਹੜੇ ਪਰਮਾਤਮਾ ਦੇ ਸਿੱਟਿਆ ਜਿਨ੍ਹਾਂ ਨੇ ਸਾਰਾ ਕੁਝ, ਉਹਨਾਂ ਦਾ ਹਰ ਕੰਮ ਹੀ ਕੌਤਕ ਹੁੰਦਾ ਹੈ, ਚੋਜ ਹੁੰਦੇ ਆ। ਰੋਜ਼ ਦਰਗਾਹੀ ਕੌਤਕ ਵਰਤੇ ਆ। ਭਾਈ ਫੇਰੂ ਜੀ ਨਾਮ ਦੀ ਸੱਚੀ ਰੂਹ ਹੈ, ਦੁਨੀਆ ਤਰਸਦੀ ਹੈ ਦਰਸ਼ਨਾਂ ਨੂੰ, ਗੁਰੂਆਂ ਵਾਂਗੂ ਹੀ ਮਾਨਤਾ ਹੈ। ਬੜੀ ਕਿਰਪਾ ਬਖਸ਼ਿਸ਼ ਹੋਈ ਗੁਰੂ ਨਾਲ ਜੁੜ ਕੇ। ਸਮਾਂ ਸਾਨੂੰ ਮਿਲਿਆ, ਅਸੀਂ ਰੰਗ ਲਈਏ ਆਪਣੇ ਆਪ ਨੂੰ। ਯੁੱਗ ਬੀਤ ਗਏ, ਸਾਡੀ ਗੱਲ ਨਹੀਂ ਬਣੀ, ਇੱਕ ਕਦਮ ਅਸੀਂ ਚੱਲ ਨਹੀਂ ਸਕੇ। ਪਤਾ ਨਹੀਂ ਕਿੰਦੇ ਨਾਲ ਜੁੜੇ ਹੋਏ ਆ, ਇੱਕ ਕਦਮ ਵੀ ਅਸੀਂ ਪੱਟਿਆ ਨਹੀਂ। ਐਡੇ ਵੱਡੇ ਪਰਮੇਸ਼ਰ ਦੇ ਘਰ ਅੱਗੇ ਉਹਦੀਆਂ ਸਾਥੋਂ ਇੱਕ ਕਦਮ ਨਹੀਂ ਤੁਰਿਆ ਗਿਆ। ਜਿੱਥੇ ਖੜੇ ਆ ਉੱਥੇ ਹੀ ਖੜੇ ਆ।
ਅੱਜ ਤੋਂ 10 ਸਾਲ ਪਹਿਲਾਂ ਵੀ ਇਹ ਹਾਲ ਸਾਡਾ, 20 ਸਾਲ ਵੀ, 40-50 ਸਾਲ ਵੀ ਪਹਿਲੋਂ ਇਹੀ ਹਾਲ, ਅੱਜ ਵੀ ਉਹ। ਇਹ ਘੁੰਮਣ ਘੇਰੀ ਖੜਾ ਪੁਕਾਰੇ ਪਾਤਨੀ, ਬੇੜਾ ਕਾ ਪਰਵਾਹ, ਘੁੰਮਣ ਘੇਰੀਆਂ 'ਚ ਫਸਿਆ। ਕਦੀ ਉੱਧਰ ਕਦੀ ਉੱਧਰ, ਬਸ ਉੱਥੇ ਹੀ ਘੁੰਮੀ ਜਾਂਦਾ ਹੈ। ਇਸ ਘੁੰਮਣ ਘੇਰੀ ਤੋਂ ਲੰਘੇ ਗਾਂ, ਬੇੜੇ ਨੂੰ ਕਾਪਰ ਕਿਆ ਕਰੇ, ਜਾਂ ਪਾਤਨ ਹੋਏ ਸੁਚੇਤ। ਜੇ ਮਲਾ ਸੁਚੇਤ ਹੈ ਤੇ ਫਿਰ ਉਹਨੂੰ ਘੁੰਮਣ ਘੇਰੀਆਂ ਕੀ ਕਰਨਗੇ। ਗੁਰੂ ਦੇ ਚਰਨ ਫੜ ਲਓ, ਗੁਰੂ ਦੇ ਚਰਨ ਹਿਰਦੇ 'ਚ ਧਿਆਓ, ਗੁਰੂ ਨੂੰ ਪਛਾਣ ਲਓ। ਆਦ ਨੀਲ ਨਾਦ ਨਾਹਤ, ਜੁਗ ਜੁਗ ਏਕੋ ਵੇਸ। ਜੁਗਾਂ ਜੁਗਾਂ ਦੇ ਵਿੱਚ ਕੋਈ ਰੂਪ ਹੈ। ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਵੀ। ਆਦ ਵਿੱਚ ਜਗਾਤ 'ਚ ਹੈ ਪੀ, ਹੁਣ ਵੀ ਹੈ। ਨਾਨਕ ਹੋਸੀ ਪੀ ਸੱਚ, ਅੱਗੇ ਵੀ। ਸ਼ੁਰੂ ਵਿੱਚ ਵੀ ਸੀ, ਪਿਛਲੇ ਸਮੇਂ 'ਚ ਵੀ ਸੀ, ਉਹ ਅੱਜ ਵੀ ਹੈਗਾ। ਨਾ ਤੂੰ ਰੱਬ ਵਿੱਚ ਪਛਾਣੇ ਕਿ ਪਰਮੇਸ਼ਰ ਦੀ ਕੁਦਰਤ ਵਿੱਚ, ਪਰਮੇਸ਼ਰ ਵਿੱਚ ਪਰਮੇਸ਼ਰ ਨੂੰ ਪਛਾਣੇ। ਨਾ ਤੂੰ ਸਾਧੂ ਸੰਤ ਵਿੱਚ ਪਛਾਣੇ, ਨਾ ਗੁਰੂ ਗ੍ਰੰਥ ਸਾਹਿਬ ਵਿੱਚ ਪਛਾਣੇ, ਨਾ ਆਪਣੇ ਆਪ ਨੂੰ ਪਛਾਣ ਸਕੇ। ਆਪਣਾ ਆਪ ਪਛਾਣ ਨਾ ਸਕੀ, ਇੱਕਦਮ ਸੂਝ ਨਾ ਆਈ, ਖਬਰ ਨਾ ਪਾਈ। ਬਹੁਤ ਸ਼ੌਕ ਜੋ ਮੈਂ ਸਾਰੀ ਉਮਰਾ ਐਵੇਂ ਚਾਹ ਗਵਾਈ, ਕੰਮ ਨਾ ਆਈ। ਹੁਣ ਗੁਰੂ ਹੀ ਲਾਜ ਰੱਖੇ। ਭਾਈ ਫੇਰੂ ਜੀ ਸਾਰੇ ਮਸੰਦ ਇਕੱਠੇ ਕਰਦੇ ਕਿ ਇਹਨਾਂ ਦੇ ਬੜੇ ਵੱਡੇ ਵੱਡੇ ਗੁਨਾਹ ਨੇ, ਹੁਣ ਇਹਨਾਂ ਦੀ ਸਜ਼ਾਏ ਮੌਤ ਹੈ। ਭਾਈ ਫੇਰੂ ਜੀ ਨੂੰ ਸੱਦਿਆ, ਉਹ ਕਹਿੰਦੇ ਮੇਰਾ ਗੁਰੂ ਦਾ ਹੁਕਮ ਹੈ, ਮੈਨੂੰ ਦਾੜੀਆਂ ਫੜ ਕੇ ਲੈ ਕੇ ਜਾਓ। ਸਿੱਖ ਕਹਿੰਦੇ ਜੀ ਨਹੀਂ, ਅਸੀਂ ਤੁਹਾਡੀ ਬੇਅਦਬੀ ਨਹੀਂ ਕਰ ਸਕਦੇ। ਸਾਨੂੰ ਵੀ ਗੁਰੂ ਨੇ ਸਾਰੀ ਉਮਰ ਪੜ੍ਹਾਇਆ ਹੈ ਕਿ ਮਹਾਂਪੁਰਖ ਦੀ ਬੇਅਦਬੀ ਨਹੀਂ ਕਰਨੀ। ਜੇ ਇੱਕ ਵਕਤ ਕਹਿਦਾ ਦਾੜੀਓ ਫੜ ਲਿਓ, ਪਰ ਪੜ੍ਹਾਈ ਵੀ ਸਾਨੂੰ ਕਰਾਈ ਹੈ ਨਾ ਕਿ ਦੇਖੋ ਰੂਹ ਕਿਹੋ ਜਿਹੀ ਹੈ। ਪਹਿਲਾ ਮਸਤ ਸਿਆਣ ਕੇ ਤਾਂ ਕੀਚੇ ਵਪਾਰ। ਸਾਨੂੰ ਤੁਹਾਡੇ ਵਿੱਚੋਂ ਗੁਰੂ ਨਜ਼ਰ ਆਇਆ ਹੈ। ਕਹਿੰਦੇ ਫਿਰ ਗੁਰੂ ਦਾ ਹੁਕਮ ਜਿਵੇਂ ਉਵੇਂ ਮੈਂ ਜਾਵਾਂਗਾ। ਸਿੱਖਾਂ ਨੇ ਰੁਮਾਲੇ ਵਿੱਚ, ਸੋਹਣੇ ਸੁੰਦਰ ਪਵਿੱਤਰ ਰੁਮਾਲੇ 'ਚ ਦਾੜੇ ਨੂੰ ਸਤਿਕਾਰ ਨਾਲ ਵਲੇਟ ਕੇ ਮੋਢੇ 'ਤੇ ਰੱਖ ਕੇ ਸੇਵਾਦਾਰ ਬਣ ਕੇ ਤੁਰੇ। ਦਾੜੀਆਂ ਨਹੀਂ ਫੜਿਆ ਕਿ ਲੰਬਾ ਦਾੜਾ ਸੀ। ਸਿੱਖਾਂ ਨੇ ਆਪਣੇ ਮੋਢੇ 'ਤੇ ਰੱਖ ਲਿਆ ਅੱਗੇ ਅੱਗੇ, ਭਾਈ ਫੇਰੂ ਜੀ ਪਿੱਛੇ ਪਿੱਛੇ। ਗੁਰੂ ਸਾਹਿਬ ਦੇ ਚਰਨੀ ਜਾ ਨਿਵੇ। ਹੁਣ ਭਾਈ ਫੇਰੂ ਜੀ ਦਾ ਸਾਰਾ ਕੁਝ ਗੁਰੂ ਸਾਹਿਬ ਜਾਣਦੇ ਹੀ ਸੀ। ਗੁਰੂ ਸਾਹਿਬ ਨੇ ਫਿਰ ਬਚਨ ਕੀਤਾ ਭਾਈ ਫੇਰੂ ਨੂੰ, ਜਿੰਨੇ ਵੀ ਕੀਤੇ ਭਾਈ ਫੇਰੂ ਜੀ ਚਰਨਾਂ 'ਤੇ ਡਟੇ।
गुरु साहब ने कहा फेरू भाई फेरू जी तुहाडी दाढ़ी सच्ची है, आखो ये झूठी नहीं, झूठियां दाड़ियां भी हैगियां ਜਿਹੜੀਆਂ ਅੱਗ 'ਚ ਸਾੜੀਆਂ ਜਾਂਦੀਆਂ ਨੇ। गरीबा ऊपर जो खिंचे दाढ़ी पार ब्रह्म सागड़ में साड़ी। ਜਿਹੜਾ ਗਰੀਬਾਂ ਨੂੰ ਵੇਖ ਕੇ ਆਪਦੀ ਦਾੜੀ ਨੂੰ ਐਂ ਸਿੱਧੀ ਕਰਦਾ ਨਾ, ਮੁੱਛਾਂ ਦੇ ਹੱਥ ਫੇਰਦਾ ਹੈ, ਕਹਿੰਦੇ ਦਾੜੀ ਰੱਬ ਤੇਰੀ ਅੱਗ 'ਚ ਸਾੜੇਗਾ ਹੰਕਾਰੀਆ। ਤੂੰ ਗਰੀਬਾਂ ਦੇ ਉੱਤੇ ਆਕੜ ਆਕੜ ਕੇ ਦਾੜੀਆਂ ਖਿੱਚਦਾ ਹੈ ਆਪਦੀਆਂ, ਆਪਦੀ ਦਾੜੀ ਨੂੰ ਹੱਥ ਪਾਉਣਾ ਹੈ, ਆਕੜ ਵਿਖਾਉਣਾ। ਗਰੀਬਾਂ ਉੱਪਰ ਜੋ ਖਿੱਚੇ ਦਾੜੀ, ਖਿੰਚੇ ਦਾੜੀ, ਆਪਦੀ ਦਾੜੀ ਨੂੰ ਹੀ ਹੱਥ ਮਾਰ ਕੇ ਇੰਜ ਕਰੇ, ਉਹਨੂੰ ਰੱਬ ਅੱਗ 'ਚ ਸਾੜੇਗਾ ਫੜ ਕੇ। ਪਰ ਭਾਈ ਫੇਰੂ ਜੀ ਨੂੰ ਗੁਰੂ ਸਾਹਿਬ ਨੇ ਅੱਗ 'ਚ ਕੀ ਸਾੜਨਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਮਸਕਾਰ ਕੀਤੀ, ਕਿਹਾ ਜੀ ਤੁਹਾਡਾ ਇੰਨਾ ਪ੍ਰਤਾਪ ਹੈ, ਇਹਨਾਂ ਵਿੱਚੋਂ ਜਿਹਨੂੰ ਮਰਜ਼ੀ ਤੁਸੀਂ ਉਠਾ ਕੇ ਪਾਸੇ ਕਰ ਲਓ, ਅਸੀਂ ਛੱਡਣੇ ਨਹੀਂ। ਇਹ ਭ੍ਰਿਸ਼ਟ ਗਏ ਆ, ਪਾਪੀ ਹੋ ਗਏ ਆ, ਇਹ ਸਿੱਖ ਨਹੀਂ ਰਹੇ, ਇਹਨਾਂ ਦੇ ਚੋਲੇ ਹੀ ਪਹਿਰਾਵੇ ਹੀ ਰਹਿ ਗਏ ਆ। ਬਖਸ਼ੇ ਨੂੰ ਇੰਨੀ ਬਖਸ਼ ਹੋ ਗਈ ਕਿ ਜਿਹਨੂੰ ਮਰਜ਼ੀ ਛਡਾ ਲਾ, ਆਖੋ ਸੀ। ਪਰ ਪਾਪੀਆਂ ਨੂੰ ਸਜ਼ਾ ਪਾਉਣ ਦਿਓ, ਇਹ ਪਾਪੀਆਂ ਨੂੰ ਸਜ਼ਾ ਰੱਬ ਨੇ ਲਾਈ, ਇਹਨਾਂ ਨੂੰ ਭੋਗਣ ਦਿਓ। ਪਾਪੀ ਕਰਮ ਕਮਾਮ ਦੇ ਕਰਦੇ, ਹਾਏ ਹਾਏ। ਗੁਰੂ ਨਾਨਕ ਸਾਹਿਬ ਵੇਲੇ ਪਾਪੀਆਂ ਨੂੰ ਮਿਲਦੀ ਸਜ਼ਾ, ਬਖਸ਼ਣ ਵਾਲਿਆਂ ਨੂੰ ਬਖਸ਼ਿਆ ਉਹਨਾਂ ਨੇ ਜਾ ਜਾ ਕੇ, ਸੰਸਾਰ ਦੀ ਅੱਗ ਤੋਂ ਪਾਸੇ ਕੀਤਾ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ, ਜਿਵੇਂ ਪਿਛਲੀਆਂ ਸੰਗਤਾਂ ਬਾਹੋਂ ਫੜ ਫੜ ਕੇ ਤਾਰੀਆਂ, ਉਵੇਂ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਤਾਰੋ, ਬਾਹੋਂ ਫੜ ਕੇ ਤਾਰੋ। ਸਾਰੇ ਪੜ੍ਹੋ ਪਿਆਰ ਨਾਲ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ।
ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਬਾਬਾ ਜੀ ਸਾਨੂੰ ਪਾਪੀਆਂ ਨੂੰ ਤਾਰ, ਬਾਹੋਂ ਫੜ ਕੇ, ਬਾਹੋਂ ਫੜ ਕੇ। ਇਹ ਕਲਯੁਗ ਦਾ ਸਮਾਂ। ਬਾਬਾ ਜੀ ਆਪਣੇ ਸੇਵਕਾਂ ਦੀ ਲਾਜ ਪਏ ਰੱਖਦੇ, ਯੁੱਗਾਂ ਤੋਂ ਰੱਖਦੇ ਆਏ। ਅੱਜ ਬੜਾ ਭਿਆਨਕ ਸਮਾਂ ਹੈ। ਇਹ ਨਾਮ ਜਪਿਆਂ ਹੀ ਠੰਡ ਪੈ ਸਕਦੀ ਹੈ। ਪਰ ਕਲਯੁਗ ਇਹਦੇ ਵਿੱਚ ਬੜੇ ਡਰ ਹੈ। ਸਰਕਾਰ ਨੇ ਪਾਬੰਦੀਆਂ ਲਾਈਆਂ ਵੀ ਵਿੱਚ ਇਕੱਠਾਂ 'ਚ ਇਹੋ ਜਿਹੀ ਬਿਮਾਰੀ ਨਾ ਆ ਜਾਵੇ, ਬਚਾਓ ਕਰੋ। ਨਾਮ ਜਪੋ ਭਾਈ ਗੁਰਮੁਖੋ। ਹੁਣ ਮਹੀਨਾ ਮਹੀਨਾ ਬਾਬਾ ਜੀ ਦੇ ਗੁਰਮੁਖ ਪਿਆਰੇ ਪਾਠ ਚੱਲਦਿਆਂ ਚ ਅੰਦਰ ਹੀ ਰਹਿੰਦੇ ਆ ਗੁਪਤ, ਪਵਿੱਤਰਤਾ ਦੇ ਨਾਲ ਰਹਿੰਦੇ ਆ। ਨਹਾਉਣਾ ਧੋਣਾ, ਸੁੱਚੇ ਬਸਤਰ, ਮਰਜ਼ਾਦਾ। ਬਿਮਾਰੀ ਨਹੀਂ ਆ ਸਕਦੀ ਜਦੋਂ ਇਹੀ ਹੁਣ ਲੋਕਾਂ ਨੂੰ ਲੋਕਡਾਊਨ ਕੀਤਾ ਹੈ, ਤੇ ਮਹਾਂਪੁਰਸ਼ ਵੀ ਲੋਕਡਾਊਨ ਹੀ ਕਰਦੇ ਆ। ਚਾਰੇ ਪਾਸਿਓਂ ਤਾਲਾ ਲਾ ਲੈਂਦੇ ਆ ਤੇ ਬੰਦਗੀ ਕਰਦੇ ਆ, ਸਾਰੀਆਂ ਇੱਛਾਂ ਰੋਕ ਲੈਂਦੇ ਆ, ਨਾਮ ਜਪਦੇ ਆ, ਸਭ ਇੱਛਾ ਨੂੰ ਰੋਕ ਕੇ। ਸੁਣਿਆ ਤੁਸੀਂ ਕਿਸ ਪਿੱਛੇ ਲੱਖ ਤਰੰਦੇ। ਇੱਕ ਗੁਰਮੁਖ ਨੇ ਕਈਆਂ ਨੂੰ ਤਾਰ ਲਿਆ, ਗੁਰੂ ਤੋਂ ਖੁਸ਼ੀਆਂ ਲੈ ਲਈਆਂ। ਸਤਿਗੁਰੂ ਜੀ ਅਸੀਂ ਤੇਰੇ ਆ, ਮੰਦੇ ਚੰਗੇ ਭਲੇ ਬੁਰੇ ਪੁੰਨੀ ਪਾਪੀ ਜਿਹੋ ਜਿਹੇ ਵੀ ਆ ਤੇਰੇ ਆ, ਤੇਰਿਆਂ ਦੀ ਤੈਨੂੰ ਲਾਜ। ਕੋਈ ਜਪ ਤਪ ਸੰਜਮ ਧਰਮ ਨਹੀਂ ਕਮਾਇਆ, ਕੋਈ ਸਾਧੂਆਂ ਦੀ ਸੇਵਾ ਨੂੰ ਨਹੀਂ ਜਾਣਿਆ। ਕਰਮੀ ਮੇਰੇ ਨੀਚ ਨੇ, ਮੇਰੀ ਸ਼ਰਨ ਪਰੇ ਦੀ ਰੱਖਣਾ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਮੇਰੇ ਕਰਮ ਨੀਚ ਨੇ। ਸ਼ਰਨ ਪਿਆਂ ਦੀ ਰੱਖੋ ਸਤਿਗੁਰੂ ਜੀ, ਮੈਂ ਤੁਹਾਡੇ ਦਰ ਤੇ ਟਹਿ ਪਿਆ ਦੁਆਰੇ ਆਣ ਕੇ। ਪੜੋ ਸਾਰੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਮਿਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਮਿਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਮਿਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਹਰ ਮਿਲ ਲਿਓ ਵਡਿਆਈ, ਟਹਿ ਪਿਆ ਦੁਆਰੇ ਆਣ ਕੇ। ਟਹਿ ਪਿਆ ਜੀ ਦੁਆਰੇ ਆਣ ਕੇ। ਟਹਿ ਪਿਆ ਜੀ ਦੁਆਰੇ ਆਣ ਕੇ। ਪਿਆ ਜੀ ਦੁਆਰੇ ਆਣ ਕੇ। ਟਹਿ ਪਿਆ ਜੀ ਦੁਆਰੇ ਆਣ ਕੇ। ਹਰ ਮਿਲ ਲਿਓ
ਵਡਿਆਈ ਟਹਿ ਪਿਆ ਦੁਆਰੇ ਆਣ ਕੇ ਮੇਲ ਲਿਓ ਵਡਿਆਈ ਟਹਿ ਪਿਆ ਦੁਆਰੇ ਆਣ ਕੇ ਮੇਲ ਲਿਓ ਵਡਿਆਈ ਟਹਿ ਪਿਆ ਦੁਆਰੇ ਆਣ ਕੇ ਹਰ ਮੇਲ ਲਿਓ ਵਡਿਆਈ ਟਹਿ ਪਿਆ ਦੁਆਰੇ ਆਣ ਕੇ। ਗੁਰੂ ਗੋਬਿੰਦ ਸਿੰਘ ਜੀ ਬਾਰੇ ਭਵਿੱਖ ਬਾਣੀ ਗੁਰੂ ਨਾਨਕ ਸਾਹਿਬ ਨੇ ਕੀਤੀ ਕਿ 10ਵਾਂ ਜਾਮਾ ਬੜਾ ਹੀ ਸ਼ਕਤੀਸ਼ਾਲੀ ਹੋਏਗਾ। 10ਵਾਂ ਜਾਮਾ ਬੜੇ ਵੱਡੇ ਵੱਡੇ ਕਾਰਜ ਕਰੇਗਾ। ਇੱਥੋਂ ਤੱਕ ਸਿੱਖਾਂ ਦਾ ਹਾਲ ਹੋ ਜਾਏਗਾ ਕਿ ਸਿੱਖ 10ਵੇਂ ਜਾਮੇ ਨੂੰ ਪਛਾਣਨਗੇ ਨਹੀਂ, ਸ਼ੰਕੇ ਕਰਨਗੇ, ਨਿੰਦਿਆ ਕਰਨਗੇ। ਉਹਦੀ ਵੱਖਰੀ ਚਾਲੀ ਹੋਏਗੀ, ਰਿਸ਼ਤੇ ਹੋ ਜਾਣਗੇ। ਬੜਾ ਸ਼ਕਤੀਸ਼ਾਲੀ ਹੋਏਗਾ 10ਵਾਂ। ਉਹੀ ਹਾਲ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖ ਕਹਿੰਦੇ ਆ ਜੀ, ਚਲੇ ਜਾਓ ਮਹਾਰਾਜ, ਤੁਸੀਂ ਚਲੇ ਜਾਓ। ਅਸੀਂ ਗ੍ਰਸਤ ਪਰਿਵਾਰ ਵਾਲੇ ਕਿਤੇ ਅਸੀਂ ਮਾਰੇ ਨਾ ਜਾਈਏ। ਉਹ ਪੁੱਤਰ ਵੀ ਬਾਹਰ ਆਇਆ, ਆਨੰਦਪੁਰ ਵੀ ਬਾਹਰ ਆਇਆ, ਮਾਤਾ ਪਿਤਾ ਵੀ ਬਾਹਰ ਆਇਆ ਤੁਹਾਡੇ ਪਿੱਛੇ। ਸਾਰੀ ਉਮਰ ਗੋਡੇ ਰਗੜੇ ਜਾ ਜਾ ਕੇ ਅੱਜ ਗੁਰੂ ਆਇਆ, ਕਹਿੰਦੇ ਜੀ ਤੁਸੀਂ ਚਲੇ ਜਾਓ ਜਿਵੇਂ ਮਰਜ਼ੀ। ਕਿਤੇ ਗੁਰੂ ਸਾਡੇ ਘਰ ਨਾ ਆ ਜੇ, ਅਸੀਂ ਸਾਰੇ ਫੜੇ ਨਾ ਜਾਈਏ। ਬੁੱਧੇ ਨਹੀਂ ਗਿਰ ਗਈ ਕਿ ਸਾਰੇ ਨਾ ਮਾਰੇ ਜਾਈਏ ਅਸੀਂ। ਔਖੀ ਘੜੀ 'ਚ ਕੋਈ ਵਿਰਲਾ ਖੜਦਾ ਹੈ, ਜਿਹਨੂੰ ਗੁਰੂ ਸਾਹਿਬ ਸੇਵਾ ਲੈਣ ਉਹ ਖੜਦਾ ਹੈ। ਸਾਰੀ ਉਮਰਾਂ ਮਹਾਂਪੁਰਖਾਂ ਨੇ ਲਾਈ ਹੋਵੇ, ਤੇ ਕਹਿਣ ਜੀ ਅਸੀਂ ਮਾਰੇ ਜਾਵਾਂਗੇ ਜੇ ਕੋਈ ਪਾਠ ਕਰ ਲਿਆ, ਜੇ ਕੋਈ ਨਾਮ ਜਪ ਲਿਆ ਅਸੀਂ ਮਾਰੇ ਜਾਵਾਂਗੇ। ਇੱਥੇ ਇੰਨਾ ਕਲਯੁਗ ਵਧਿਆ ਹੋਇਆ। ਇਹ ਨਾਮ ਸਾਨੂੰ ਬਚਾਉਣ ਵਾਸਤੇ। ਨੇਮ ਨਿਯਮ ਪਾਲਣ ਕਰੋ, ਉਹ ਨਾ ਤੋੜੋ, ਪਰ ਨਾਮ ਜਪੋ, ਸਾਵਧਾਨੀ ਵਰਤੋ। ਆ ਸਾਡੇ ਸਿਰਾਂ ਤੇ ਪੱਖੇ ਚੱਲਦੇ ਪਏ ਨੇ, ਬਲਬ ਲੱਗੇ ਹੋਏ ਆ। ਇਹ ਉਹ ਬਿਜਲੀ ਹੈ ਜਿਹੜੀ ਹੱਥ ਲਾਓ ਤੇ ਮਰ ਜਾਓਗੇ। ਹੁਣ ਅਸੀਂ ਕਹੀਏ ਵੀ ਇਹ ਬਿਜਲੀ ਤਾਂ ਅਸੀਂ ਘਰ 'ਚ ਲਿਆਉਣੀ ਨਹੀਂ, ਅਸੀਂ ਮਾਰੇ ਜਾਵਾਂਗੇ। ਜੇ ਕਹੀਏ ਅਸੀਂ ਬਿਜਲੀ ਨਹੀਂ ਘਰ 'ਚ ਲਿਆਉਣੀ ਭਾਈ, ਅਸੀਂ ਨਾਲ ਲੱਗ ਕੇ ਮਰ ਜਾਵਾਂਗੇ। ਇਹ ਤਾਂ ਸਾੜ ਦੇਵੇਗੀ। ਇਹ ਤਾਂ ਕਰੰਟ ਸ਼ਾਰਟ ਹੋ ਗਿਆ ਤੇ ਸਾਰਾ ਘਰ ਹੀ ਸੜ ਜਾਏਗਾ। ਅਸੀਂ ਨਹੀਂ ਬਿਜਲੀ ਲਿਆਉਣੀ ਘਰ 'ਚ। ਸ਼ਾਰਟ ਹੋ ਗਿਆ ਤੇ ਘਰ ਸੜ ਜਾਏਗਾ, ਸਾਡਾ ਹੱਥ ਲੱਗ ਜਾਏਗਾ, ਬੱਚੇ ਮਰ ਜਾਣਗੇ। ਇਹ ਮਧਾਣੀ ਨੂੰ ਅਸੀਂ ਹੱਥ ਨਹੀਂ ਲਾਉਣਾ, ਇਹਨੂੰ ਬਿਜਲੀ ਇਹਦੇ ਵਿੱਚ, ਮੋਟਰ ਨੂੰ ਹੱਥ ਨਹੀਂ ਲਾਉਣਾ, ਇਹਦੇ 'ਚ ਬਿਜਲੀ ਹੈ ਮਾਰਨ ਵਾਲੀ। ਪਰ ਪਿਆਰਿਓ ਸਾਵਧਾਨੀ ਜ਼ਰੂਰ। ਕਰੋਨਾ ਵਾਇਰਸ ਹੈ, ਇਹਦੇ 'ਚ ਸਾਵਧਾਨੀ। ਡਾਕਟਰ ਵੀ ਇਲਾਜ ਕਰ ਰਹੇ ਨੇ, ਦੁਨੀਆ ਪੁਲਿਸ ਵਾਲੇ ਵੀ ਵਿਚਰ ਰਹੇ ਨੇ। ਨਾਮ ਜਪਣ ਵਾਲੇ ਵੀ ਜਪੋ, ਪਰ ਇੰਨੀ ਸਾਵਧਾਨੀ ਵਰਤੋ ਜਿਵੇਂ ਪੱਖੇ ਨੂੰ ਹੱਥ ਲਾਓ ਤੇ ਬਿਜਲੀ ਨਹੀਂ ਲੱਗਦੀ, ਮੋਟਰ ਨੂੰ ਹੱਥ ਲਾਓ ਪੱਖਾ ਹਵਾ ਦੇ ਰਿਹਾ ਹੈ, ਬਲਬ ਚਾਨਣ ਦੇ ਰਿਹਾ ਹੈ,
ਤਾਰਾਂ ਤੁਹਾਡੇ ਕੋਲ ਲੰਘ ਰਹੀਆਂ ਨੇ, ਪਰ ਤਾਰਾਂ ਬਿਜਲੀ ਦੀਆਂ ਕਵਰ ਕੀਤੀਆਂ ਹੋਈਆਂ ਨੇ, ਤੁਸੀਂ ਹੱਥ ਲਾ ਸਕਦੇ ਜੀ, ਨੰਗੀ ਨੂੰ ਨਹੀਂ ਲਾ ਸਕਦੇ। ਸਾਰੇ ਟੀਵੀ ਚੈਨਲ ਤੁਹਾਨੂੰ ਸਾਵਧਾਨੀਆਂ ਦੱਸ ਰਹੇ ਨੇ ਵੀ ਸਾਵਧਾਨੀਆਂ ਵਰਤੋ, ਪੂਰੀ ਸਾਵਧਾਨੀ ਵਰਤੋ। ਨਵੇਂ ਬੰਦੇ ਦਾ ਖਿਆਲ ਰੱਖੋ, ਕੋਈ ਆਪਣੇ ਵਿੱਚ ਆਉਂਦਾ ਹੈ, ਹਰ ਚੀਜ਼ ਨੂੰ ਉਹਨਾਂ ਨੇ ਦੱਸਿਆ ਵੀ ਸਾਵਧਾਨੀ ਵਰਤੋ, ਹੱਥਾਂ ਨੂੰ ਧੋਵੋ, ਗਰਮ ਪਾਣੀ ਪੀਵੋ, ਏਸੀ ਵਿੱਚ ਠੰਡ 'ਚ ਨਾ ਰਹੋ। ਕੀ ਦਸੀਆਂ ਸਾਵਧਾਨੀਆਂ ਦੱਸ ਰਹੇ ਨੇ ਲੱਗੀ ਹੋਈ ਸਰਕਾਰ। ਅਣਗਹਿਲੀਆਂ ਨਹੀਂ ਵਰਤਣੀਆਂ, ਪਰ ਨਾਮ ਜ਼ਰੂਰ ਜਪੋ, ਬਾਣੀ ਜ਼ਰੂਰ ਪੜੋ ਤੇ ਸਾਵਧਾਨ ਰਹੋ। ਗੁਰੂ ਸਾਹਿਬ ਨੇ ਵੀ ਬਾਣੀ ਵਿੱਚ ਕਿਹਾ ਹੈ, ਸਾਵਧਾਨ ਇਕਾਗਰ ਚੀਤ। ਸਾਵਧਾਨੀ ਜ਼ਰੂਰ ਵਰਤਣੀ। ਸਰਕਾਰ ਨੇ ਵੀ ਹੌਲੀ ਹੌਲੀ ਛੋਟਾ ਦੇਣੀ ਹੈ, ਪਰ ਨਾਲ ਨਾਲ ਸਾਵਧਾਨ ਕਰਨਾ ਹੈ। ਇਸ ਸਰਕਾਰ ਦੀ ਮਿਹਰਬਾਨੀ ਜਿਹੜਾ ਇੰਨਾ ਸਾਡਾ ਬਚਾਅ ਹੋ ਗਿਆ। ਉਹ ਕੋਲੋਂ ਮਾਇਆ ਵੀ ਸਰਕਾਰ ਖਰਚ ਕਰ ਰਹੀ, ਸਾਨੂੰ ਘਰਿਆਂ 'ਚ ਬੈਠਿਆਂ ਰੋਟੀ ਦੇ ਰਹੀ ਗਰੀਬਾਂ ਨੂੰ। ਉਹਨਾਂ ਨੇ ਬਚਾ ਲਿਆ ਇੰਨੀ ਵੱਡੀ ਬਿਮਾਰੀ ਤੋਂ। ਇਹ 1 ਮਿੰਟ 'ਚ ਫਿਰ ਜਾਣੀ ਸੀ ਸਾਰੇ ਹਿੰਦੁਸਤਾਨ। ਜਿੱਥੇ ਜਿੱਥੇ ਕੋਈ ਪਤਾ ਲੱਗਦਾ ਉੱਥੇ ਹੀ ਉਸ ਬੰਦੇ ਨੂੰ ਨਾਲ ਦੇ ਨੂੰ ਵੀ ਫੜ ਲੈਂਦੇ ਆ। ਬਸ ਕੋਈ ਗਲਤ ਬੰਦਾ ਨਾ, ਕੋਈ ਬੇਪਛਾਣ ਆਦਮੀ ਨਾ ਨਜ਼ਰ ਵਿੱਚ ਆਵੇ। ਆਪਦੇ ਹੱਥਾਂ ਨੂੰ ਵਾਰ-ਵਾਰ ਸਾਫ਼ ਕਰੋ ਸਾਬਣ ਨਾਲ, ਜਾਂ ਜਿਹੜੀਆਂ ਵੀ ਦਵਾਈਆਂ ਹੈਗੀਆਂ ਨੇ ਹੱਥ ਸਾਫ਼ ਕਰਨ ਵਾਲੇ ਜਿਹੜੇ ਵੀ ਤਰੀਕੇ। ਪਰ ਸੇਵਾ ਵੀ ਕਰੋ, ਨਾਮ ਵੀ ਜਪੋ, ਪਰਉਪਕਾਰ ਵੀ ਕਰੋ। ਸਰਕਾਰੀ ਹੁਕਮਾਂ ਦੀ ਵੀ ਪਾਲਣਾ ਕਰੋ। ਹੁਣ ਉਹ ਵੀ ਸਾਰਾ ਕੁਝ ਸਰਕਾਰ ਵੱਲੋਂ ਹੋ ਰਿਹਾ। ਹਸਪਤਾਲਾਂ ਵਿੱਚ ਰਾਸ਼ਨ ਪਾਣੀ ਵੀ ਲੋਕੀ ਜਾਂਦੇ ਮੰਡੀਆਂ 'ਚ ਲੈਣ, ਹੋਰ ਕਈ ਕੁਝ। ਪਰ ਪਿਆਰਿਓ, ਨਾਮ ਜਪਣਾ ਨਹੀਂ ਭੁੱਲਣਾ, ਅਸੀਂ ਗੁਰੂ ਨੂੰ ਨਹੀਂ ਭੁੱਲਣਾ। ਅਰਦਾਸ ਬੇਨਤੀ ਕਰਨੀ ਹੈ। ਜਿਹੜੇ ਰਾਜੇ ਮਹਾਰਾਜੇ ਸਰਕਾਰ ਵੀ ਇੰਨੇ ਪ੍ਰਬੰਧ ਕਰ ਰਹੀ, ਉਹਨਾਂ ਵਾਸਤੇ ਨਾਮ ਜਪੀਏ ਕਿ ਉਹਨਾਂ ਨੂੰ ਵੀ ਪਰਮੇਸ਼ਰ ਸ਼ਕਤੀ ਦੇਵੇ, ਬਲ ਦੇਵੇ। ਸਾਡੇ ਵੀ ਡਿੱਗਦੇ ਮਨਾਂ ਨੂੰ ਬਲ ਦੇਵੇ, ਸਾਡੇ ਤੇ ਵੀ ਰੱਖਿਆ ਕਰੇ। ਬਾਬਾ ਜੀ ਨੇ ਆਪਣੀਆਂ 11 ਕਰਾਮਾਤਾਂ ਦਿਖਾਈਆਂ ਨੇ। ਧੰਨ ਧੰਨ ਬਾਬਾ ਮਾਹਰ ਨਾਮ ਸਿੰਘ ਜੀ ਮਹਾਰਾਜ ਪੁੱਛੋ ਵਿੱਚ ਨਿਵਾਸ ਰੱਖਦੇ ਸੀ, ਬਠਿੰਡੇ ਜ਼ਿਲ੍ਹੇ ਦੇ ਕਹਾਉਂਦੇ ਸੀ। ਇੰਨੇ ਵੱਡੇ ਵਾਇਰਸ ਕਿੱਥੇ ਕਿੱਥੇ ਫੈਲ ਗਿਆ। ਪੰਜਾਬ ਦੇ ਬਹੁਤ ਇਲਾਕੇ ਗੁਰੂ ਸਾਹਿਬ ਦੀ ਮਿਹਰ ਹੈ। ਜਿਵੇਂ ਅੰਮ੍ਰਿਤਸਰ ਸਾਹਿਬ ਇੱਕ ਟੂਰਿਸਟ ਜਗ੍ਹਾ ਹੈ, ਦੁਨੀਆ ਦਾ ਹਰ ਪਾਸੇ ਦਾ ਟੂਰਿਸਟ ਉੱਥੇ ਆਉਂਦਾ ਹੈ। ਪਰ ਫਿਰ ਐਡੀ ਵੱਡੀ ਅੰਮ੍ਰਿਤਸਰ 'ਤੇ ਕਿਰਪਾ ਹੈ, ਇਹ ਗੁਰੂ ਸਾਹਿਬ ਦੀ ਮਿਹਰ ਹੈ। ਜੈਪੁਰ ਵਿੱਚ ਕਿੰਨੇ ਟੂਰਿਸਟ ਜਗ੍ਹਾ, ਕਿੰਨੇ ਲੋਕ ਫੜੇ ਗਏ, ਪਰ ਅੰਮ੍ਰਿਤਸਰ ਵੀ ਸਾਰੇ ਪਾਸਿਓਂ ਮੇਨ ਜਗ੍ਹਾ ਹੈ ਜਿੱਥੇ ਹਰ ਪਾਸਿਓਂ ਟੂਰਿਸਟ ਆਉਂਦਾ ਹੈ ਤੇ ਪਤਾ ਹੀ ਨਹੀਂ ਕਿ ਉਹਨੂੰ ਕਸਰ ਹੈ। ਤੇ ਗੁਰੂ ਸਾਹਿਬ ਦੀ ਕਿੱਡੀ ਮਿਹਰ ਹੈ। ਬਠਿੰਡੇ ਇਲਾਕੇ ਤੇ ਬਾਬਾ ਮਾਹਰ ਨਾਮ ਸਿੰਘ ਨੇ ਬੰਦਗੀ ਕੀਤੀ, ਉਹਨਾਂ ਦਾ ਸਥਾਨ ਹੈ। ਅਜੇ ਤੱਕ ਬਠਿੰਡੇ ਦੇ ਇਲਾਕੇ ਤੇ ਮਿਹਰ ਦੇ ਕੋਈ ਐਸਾ ਬੰਦਾ ਨਹੀਂ ਆਇਆ, ਨਹੀਂ ਨਿਕਲਿਆ। ਬਾਬਾ ਜੀ ਦੇ ਘਰ ਦੇ ਵੱਡੇ ਅਫਸਰ ਨੇ
ਔਲਖ ਸਾਹਿਬ ਉਹ ਵੀ ਦੱਸ ਕਹਿ ਰਹੇ ਸੀ, ਇਹ ਬਾਬਾ ਜੀ ਦੀ ਕਿਰਪਾ ਹੈ ਕਿ ਇਹ ਪਾਸਾ ਬਚਿਆ ਹੋਇਆ। ਨਾਮ ਬੰਦਗੀ ਦਾ ਬੜਾ ਪ੍ਰਤਾਪ ਹੁੰਦਾ ਹੈ। ਜਿੱਥੇ ਬਹੁਤ ਪਾਪ ਹੁੰਦੇ ਆ, ਮੰਨਦੇ ਸੀ ਲੋਕ ਕਿ ਦਿੱਲੀ ਦੇ ਵਿੱਚ ਵੀ ਬਹੁਤ ਪਾਪ ਹੋ ਰਹੇ ਨੇ, ਧਰਮ ਵੀ ਹੋ ਰਿਹਾ ਥੋੜਾ ਹੈ ਪਰ ਪਾਪ ਜ਼ਿਆਦੇ। ਬੰਬਈ 'ਚ ਬੜੇ ਹੋ ਰਹੇ ਨੇ। ਤੇ ਅੱਜ ਉਹ ਘੇਰੀਆਂ ਗਈਆਂ ਜਗ੍ਹਾ ਜਿੱਥੇ ਬਹੁਤੇ ਪਾਪ ਸੀ, ਉਸ ਜਗ੍ਹਾ ਨੂੰ ਕਲਯੁਗ ਨੇ ਘੇਰ ਲਿਆ ਹੈ। ਜਿੱਥੇ ਨਾਮ ਦਾ ਪ੍ਰਤਾਪ ਹੈ, ਉਹ ਉੱਥੇ ਕਲ ਤਾਤੀ ਠੰਡਾ ਹਰ ਨਾਉ। ਇਹ ਨਾਮ ਦਾ ਪ੍ਰਤਾਪ ਹੈ, ਮਹਾਂਪੁਰਸ਼ਾਂ ਦੀ ਬੰਦਗੀ ਦਾ ਪ੍ਰਤਾਪ ਹੈ। ਦੁਨੀਆ ਵੀ ਜਪ ਰਹੀ ਹੈ ਨਾਮ, ਇਹ ਹੱਥ ਰਹੇਗਾ ਸਿਰ ਤੇ। ਜਿੱਥੇ ਜਿੱਥੇ ਕੋਈ ਸੱਚੀ ਬੰਦਗੀ ਕਰ ਰਹੇ ਨੇ, ਨਾਮ ਜਪ ਰਹੇ ਨੇ। ਅੱਜ ਬਹੁਤ ਪਵਿੱਤਰ ਹੋ ਗਿਆ ਸਭ ਕੁਝ, ਵਾਤਾਵਰਨ ਵੀ ਸ਼ੁੱਧ ਹੋ ਗਿਆ ਹੈ, ਜਲ ਪਾਣੀ ਵੀ ਸ਼ੁੱਧ ਹੋ ਗਿਆ, ਪਾਣੀ ਵੀ, ਹਵਾ ਵੀ। ਬੰਦੇ ਦੇ ਅੰਦਰ ਵੀ ਧੂਆਂ ਚੱਕਿਆ ਗਿਆ, ਪ੍ਰਦੂਸ਼ਣ। ਜਿੰਨੇ ਲੋਕ ਭੜਕੇ ਹੋਏ ਸੀ, ਕੋਈ ਮਨਾਂ ਦੇ ਟਿਕਾਓ ਆਏ ਆ, ਰੱਬ ਵਾਲੇ ਪਾਸੇ ਲੱਗੇ ਆ, ਪਾਠ ਪੂਜਾ ਕਰਦੇ ਆ, ਘਰਾਂ 'ਚ ਗੁਰੂ ਵਾਲੇ ਪਾਸੇ ਜੁੜਦੇ ਆ। ਬੜਾ ਫਰਕ ਪਿਆ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਜੇ ਬ੍ਰਹਮੰਡ ਵਿੱਚ ਆਪਾਂ ਪ੍ਰਦੂਸ਼ਣ ਵਾੜਿਆ ਹੋਇਆ ਸੀ, ਹਵਾ ਪਾਣੀ ਸਭ ਕੁਝ ਗੰਦਾ ਕੀਤਾ ਹੋਇਆ ਸੀ, ਤੇ ਸਾਡੇ ਸਰੀਰ ਵਿੱਚ ਵੀ ਆ ਗਿਆ ਸੀ ਸਾਰਾ ਕੁਝ। ਨਹੀਂ ਮਨ ਜੁੜਦੇ ਸੀ, ਨਹੀਂ ਸ਼ਾਂਤੀ ਸੀ, ਅੱਗ ਹੀ ਅੱਗ ਲੱਗੀ ਹੋਈ ਸੀ। ਸੰਸਾਰ ਵਿੱਚ ਵੀ ਚੌਂਦਿਸ ਲੱਗੀ ਆਗ। ਸੰਸਾਰ ਸੜ ਰਿਹਾ ਸੀ, ਜਗਤ ਜਲੰਦਾ। ਅੱਜ ਇੱਕ ਬਿਮਾਰੀ ਆਈ ਨਹੀਂ, ਹਜ਼ਾਰਾਂ ਬਿਮਾਰੀਆਂ ਠੀਕ ਹੋਈਆਂ। ਹਸਪਤਾਲ ਜਿਹੜੇ ਸਾਰੇ ਭਰੇ ਹੋਏ ਸੀ, ਅੱਜ ਹਸਪਤਾਲ ਵਿਹਲੇ ਆ, ਬੰਦ ਹੈ। ਬਹੁਤ ਹਸਪਤਾਲ, ਬੜੀਆਂ ਦੁਕਾਨਾਂ ਬੰਦ ਪਈਆਂ ਜਿੱਥੇ ਪੂਰੀ ਰੌਣਕ ਲੱਗੀ ਸੀ, ਤੇ ਬਿਮਾਰੀ ਤਾਂ ਘਟੀ ਪਾਈ। ਇੱਕੋ ਖਤਰਨਾਕ ਬਿਮਾਰੀ ਦੇ ਡਰ ਤੇ ਬੜੇ ਲੋਕ ਠੀਕ ਹੋ ਗਏ ਤੇ ਨਾਮ ਜਪਣ ਲੱਗ ਪਏ ਆ, ਵਾਹਿਗੁਰੂ ਨੂੰ ਚੇਤੇ ਕਰਦੇ ਆ। ਜ਼ਰੂਰ ਅੱਜ ਔਖੇ ਸਮੇਂ ਵਿੱਚ ਰੱਬ ਦਾ ਨਾਮ ਜਪੋ, ਪੂਜਾ ਕਰੋ। ਜਿਹਨੂੰ ਵੀ ਪੂਜਦੇ ਜੀ, ਸ਼ਾਂਤੀ ਮਿਲੇਗੀ। ਗੁਰੂ ਸਾਹਿਬ ਨੇ ਕਿਹਾ, ਕਲਯੁਗ ਘੋਰ ਦੀ ਨਿਸ਼ਾਨੀ, ਕੋਈ ਦੇਵੀ ਨਹੀਂ ਪੂਜੇਗਾ, ਦੇਹਰਾ ਨਹੀਂ ਪੂਜੇਗਾ, ਕੋਈ ਮਸੀਤ ਨਹੀਂ ਮੰਨੇਗਾ, ਛੱਡ ਜਾਣਗੇ। ਪਰ ਨਾ ਛੱਡੋ, ਸੰਜਮ ਤੇ ਸਾਵਧਾਨੀ ਵਰਤ ਲਵੋ, ਗੁਰੂ ਨੂੰ ਨਾ ਛੱਡੋ। ਅੱਜ ਸਿੱਖ ਹਰਿਮੰਦਰ ਸਾਹਿਬ ਨਾਲ ਬਹੁਤ ਸਿੱਖਾਂ ਦੀਆਂ ਭਾਵਨਾ ਜੁੜੀਆਂ। ਕੀ ਸਿੱਖਾਂ ਨੇ ਹਰਿਮੰਦਰ ਸਾਹਿਬ ਛੱਡ ਦਿੱਤਾ? ਅੱਗੇ ਕੋਈ ਸਮਾਂ ਜਾ ਕੇ ਸੇਵਾ ਕਰਦੇ ਸੀ, ਦਰਸ਼ਨ ਕਰਦੇ ਸੀ। ਹੁਣ ਹਰ ਵੇਲੇ ਹਰਿਮੰਦਰ ਸਾਹਿਬ ਉਹਨਾਂ ਦੇ ਘਰ ਵਿੱਚ ਬਣਿਆ ਹੋਇਆ ਹੈ। ਕੀਰਤਨ ਹੋ ਰਿਹਾ ਹੈ, ਸੁਣ ਰਹੇ ਨੇ, ਦਰਸ਼ਨ ਮੇਲੇ ਵੀ ਕਰ ਲੈਂਦੇ। ਭਾਈ ਇਹ ਛੱਡਣ ਵਾਲੀਆਂ ਚੀਜ਼ਾਂ ਨਹੀਂ, ਪਰ ਨੇਮ ਨਿਯਮ ਪਾਲਣ ਕੀਤੇ ਆ। ਉੱਥੇ ਨਹੀਂ ਬਹੁਤੇ ਇਕੱਠ, ਨਹੀਂ ਸੰਗਤ ਉਹਦੀ ਜਾਂਦੀ, ਬਹੁਤ ਕਰੜਾਈ ਸਖਤਾਈ ਹੈ, ਪਰ ਸਿੱਖਾਂ ਨੇ ਛੱਡਿਆ ਨਹੀਂ। ਜਿਹੜੇ ਦਰਬਾਰ ਸਾਹਿਬ ਇਸ਼ਨਾਨ ਤੇ ਪਹੁੰਚਦੇ ਸੀ ਨੇਮੀ ਆਦਮੀ, ਉਹ ਨਹੀਂ ਆ ਰਹੇ, ਛੱਡ ਕੇ ਨਹੀਂ ਜੀ, ਉਹ ਘਰੇ ਹੀ ਗੁਰੂ ਨੂੰ ਚੇਤੇ ਕਰੀ ਜਾਂਦੇ ਆ, ਭਾਵਨਾ ਨਾਲ ਕਰੀ ਜਾਂਦੇ ਆ। ਇਸ਼ਨਾਨ ਕਰਕੇ ਬਹਿ ਜਾਂਦੇ, ਜੀ ਅਸੀਂ ਤਿਆਰ ਹਾਂ ਜੀ, ਹਾਜ਼ਰ ਹਾਂ, ਸਾਡੀ ਇੱਥੇ ਹੀ ਸੇਵਾ ਪ੍ਰਵਾਨ ਕਰ ਲਓ।
ਮਨ ਗੁਰੂ ਦੇ ਚਰਨਾਂ ਵਿੱਚ। ਇਸ ਕਰਕੇ ਸਮਾਂ ਹੁੰਦਾ ਹੈ, ਸਿਆਣੇ ਕਹਿੰਦੇ ਜੇ ਤੂਫਾਨ ਆਇਆ ਹੈ ਨਾ ਤੇ ਜ਼ਰੂਰ ਆਪਾਂ ਜ਼ਰੂਰੀ ਇਹ ਨਹੀਂ ਕਿ ਆਪਾਂ ਜ਼ਰੂਰੀ ਗੱਡੀਆਂ ਭਜਾਉਣੀਆਂ ਹੀ ਨਹੀਂ। ਤੂਫਾਨ ਆ ਗਿਆ ਤੇ ਜ਼ਰੂਰੀ ਆਪਾਂ ਸੜਕ 'ਤੇ ਚੱਲਣਾ ਹੀ ਹੈ, ਗੱਡੀਆਂ ਭਜਾਉਣੀਆਂ ਹੀ ਨਹੀਂ ਭਾਈ। ਹੁਣ ਤਾਂ ਇੱਕ ਪਾਸੇ ਬਹਿ ਕੇ ਸਮਾਂ ਕੱਢ ਦਿਓ। ਤੂਫਾਨ ਆਇਆ ਨਾ ਕਹਿੰਦੇ ਹੁਣ ਤੁਸੀਂ ਖੜੇ ਨਾ ਰਹੋ, ਬਹਿ ਜਾਓ, ਕੱਢ ਦਿਓ, ਇਹ ਲੰਘ ਜਾਏਗਾ। ਪਲਾਂ ਦੀ ਚੀਜ਼ ਦਿਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਤੀਲਿਆਂ ਦੀ ਅੱਗ ਲੱਗੀ ਏ ਬਹਿ ਜਾਣੀ, ਬੱਦਲਾਂ ਦੀ ਛਾਂ ਆਈ ਏ ਨਿਕਲ ਜਾਣੀ, ਹੜ ਦਾ ਪਾਣੀ ਆਇਆ ਚਲਾ ਜਾਣਾ ਹੈ, ਹੜ ਵਗੀ ਨਹੀਂ ਜਾਣੀ। ਪਰ ਹੜ ਦੇ ਵਿੱਚ ਸਾਵਧਾਨੀ ਵਰਤ ਲਵੋ। ਗੋਬਿੰਦ ਭਜਨ, ਗੋਬਿੰਦ ਭਜਨ ਤੋਂ ਬਗੈਰ ਤੀਲਿਆਂ ਦੀ ਅੱਗ, ਮੇਘ ਦੀ ਛਾਇਆ, ਹੜ ਦਾ ਪਾਣੀ ਤੁਹਾਨੂੰ ਖਤਮ ਕਰ ਦੇਵੇਗਾ। ਪਰ ਗੋਬਿੰਦ ਭਜਨ ਰੱਖੋ ਤੇ ਸਮਾਂ ਕੱਟ ਲਵੋ, ਇਹ ਮਿੰਟਾਂ 'ਚ ਹੀ ਜਾਣ ਵਾਲੀ ਚੀਜ਼। ਸਾਰੀਆਂ ਸੰਗਤਾਂ ਨਾਮ ਜਪੋ, ਬਾਣੀ ਪੜ੍ਹੋ, ਹਰ ਵੇਲੇ ਭੁੱਲਾ ਮੰਗੋ ਗੁਰੂ ਤੋਂ, ਜੀ ਸਾਡੇ ਤੇ ਕਰੋਪੀ ਆਈ ਹੈ, ਸਾਡੇ ਪਾਪ ਨੇ, ਸਾਡੇ ਤੇ ਰਹਿਮ ਕਰੋ। ਜੇ ਗੁਰੂ ਪਰਮਾਤਮਾ ਦੀ ਕਰੋਪੀ ਆਈ ਹੈ, ਉਹ ਤਾਂ ਕਰੋਪ ਹੁੰਦਾ ਹੀ ਨਹੀਂ, ਤੇ ਜੇ ਹੋਵੇ ਫਿਰ ਕਿਸੇ ਨੂੰ ਛੱਡਦਾ ਹੀ ਨਹੀਂ, ਫਿਰ ਭੋਗ ਹੀ ਪਾ ਦਿੰਦਾ। ਰਹਿਮਤ ਮੰਗੋ ਸਾਈਂ ਕੋਲੋਂ, ਇਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਉਹ ਜ਼ਰੂਰ ਦਰਦ ਵਾਂਦੇ, ਜ਼ਰੂਰ ਸੁਣਦਾ ਹੈ। ਬਹੁਤ ਲੋਕ ਜਿਹੜੇ ਘੇਰੇ ਗਏ ਨੇ, ਬੜੇ ਲੋਕ ਘਰਾਂ ਵਿੱਚ ਬੈਠੇ ਨੇਮ ਨਿਯਮ ਦੀ ਪਾਲਣ ਕਰਕੇ, ਲੋਕ ਲਾ ਕੇ ਅੰਦਰ ਬੈਠੇ ਨਾਮ ਜਪੀ ਜਾ ਰਹੇ। ਸਾਵਧਾਨੀ ਵਰਤੋ। ਸਰਕਾਰ ਨੇ ਪੂਰਾ ਸ਼ਿਕੰਜਾ ਕੱਸਿਆ। ਆਪਾਂ ਬੜੇ ਵੱਡੇ ਵੱਡੇ ਦੀਵਾਨ ਲਾਉਂਦੇ ਸੀ, ਪਰ ਹੁਣ ਬਹੁਤ ਦੀਵਾਨ ਹੀ ਚੱਲਦਾ, ਬਸ ਗਿਣਤੀ ਦੇ ਗੁਰਮੁਖ ਪਿਆਰੇ। ਚਲੋ ਹਾਜ਼ਰੀ ਲਾਮ ਜਪੀ ਜਾਈਏ, ਜਗ ਵਿੱਚ ਪੜਾ ਹੋਵੇ ਸਾਡਾ ਵੀ, ਸਾਰੇ ਸੰਸਾਰ ਦਾ ਉਹਦੇ ਭਾਣੇ ਵਿੱਚ। ਇਹ ਅਰਦਾਸ ਹੈ ਤੇਰੇ ਭਾਣੇ 'ਚ। ਅਸੀਂ ਧੱਕਾ ਨਹੀਂ ਕਰਦੇ, ਜਬਰੀ ਨਹੀਂ ਕਰਦੇ, ਪਰ ਅਸੀਂ ਬੇਨਤੀ ਕਰਨੇ ਕਿ ਤੇਰੇ ਭਾਣੇ ਵਿੱਚ, ਤੇਰੀ ਰਜ਼ਾ ਵਿੱਚ ਸਾਰਿਆਂ ਦਾ ਭਲਾ ਹੋਵੇ, ਤੇ ਸਾਡੇ ਤੇ ਰਹਿਮ ਕਰੋ। ਆਪਦੇ ਸੇਵਕਾਂ ਨੂੰ ਬਚਾ ਲਓ, ਸੇਵਕਾਂ ਨੂੰ ਰੱਖ ਲਓ। ਜਿੱਥੇ ਜਿੱਥੇ ਵੀ ਕੀਰਤਨ ਵਾਲਿਆਂ ਦੀਆਂ ਡਿਊਟੀਆਂ ਨੇ, ਪਾਠੀ ਸਿੰਘਾਂ ਦੀਆਂ ਡਿਊਟੀਆਂ ਨੇ, ਨਵੇਂ ਬੰਦੇ ਨਾ ਵਿੱਚ ਵਾੜੋ, ਘਰਾਂ ਵਿੱਚ ਇੱਧਰ ਉੱਧਰ ਨਾ ਜਾਓ, ਕਿਸੇ ਨੂੰ ਨਾ ਮਿਲੋ, ਸਾਵਧਾਨ ਰਹੋ। ਆਪਦਾ ਨੇਮ ਨਿਯਮ ਵੀ ਪਾਲੀ ਜਾਓ, ਕੀਰਤਨ ਵੀ ਕਰ ਲਓ, ਪਾਠ ਵੀ ਕਰ ਲਓ, ਪਰ ਸਾਵਧਾਨ ਰਹੋ। ਗੁਰੂ ਦਾ ਨਾਮ ਜਪੋ, ਗੁਰੂ ਸਭ ਮਿਹਰ ਕਰਨਗੇ। ਜਿਹੜੀ ਮਜਲਿਸ ਸੁਣੀ ਦੀ ਔਖੀ, ਇਸ ਔਖੇ ਸਮੇਂ 'ਚ ਸਾਰੇ ਭੱਜ ਜਾਂਦੇ ਆ, ਕੋਈ ਖੜਦਾ ਨਹੀਂ ਹੁੰਦਾ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੌਣ ਆਵਤ ਨੇੜੇ। ਕਿਸੇ ਨੇ ਨਹੀਂ ਤੁਹਾਡੇ ਕੋਲ ਖੜਨਾ। ਰੱਬ ਦਾ ਨਾਮ ਹੀ ਇਹ ਹਿਰਦੇ 'ਚ ਧਿਆਓ, ਸਿਮਰੋ। ਬਿਪਤਾ ਪਈ ਕਿਸੇ ਨੇ ਛੱਡਣਾ ਨਹੀਂ।
सारे जप लो। सतनाम 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 जी। वाहेगुरु 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 जी। सतनाम 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 जी। वाहेगुरु 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 जी। सतनाम 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 जी। वाहेगुरु 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 जी। गुरु नानक देव जी कहते ने जिते रंधावे दी गोश्त विच बेटा जदों नावा जामा आएगा ना बड़े गुरु बन बैठणगे ते जेड़ा सच्चा गुरु है ਉਹਨੂੰ फिर की करनगे ਉਹਦੇ ते बलेम झूठ माड़ा बोलणगे अपने आप ਨੂੰ सच्चे दसणगे। ਉਹਦੀ ਨਿੰਦਿਆ ਕਰਨਗੇ ਵਿਰੋਧਤਾ ਕਰਨਗੇ फिर ਉਹ कोई होया। गुरु नौवें भोरे विच बैठे आ कहते 28-29 साल का भोरे संभालांगे। ते माता गुजरी किन्नी जप तप वाली, किन्नी धर्म वाली, किन्नी प्रतिज्ञा संयम वाली कि शादी हुई होवे ते पति बढ़ाई ना 28 साल, पति गल ही ना करे ते पर अपने धर्म नूं लैके 28-29 साल उहदे दरवाजे ते बैठी रही होवे। अजकल 10 दिनां च भजदियां पति नूं छड्ड के, 11वें दिन नज़र नहीं आउंदी। जे पति नहीं बुलाउंदा नहीं गल करदा ते एक दिन भी नहीं खड़दी। वो किन्ने धर्म वाली गुजरी सी जिन्ने 28-29 साल पति भोरे विच ते नूं सस बाहर बैठिया नाम ही जपी जा रही है, पोथी पढ़ी जाती है। आखो से पोथी प्राण कमाइए भौ वट्टीए तन लाइए। ये पोथी प्राण की कमाई करो, साखियां पढ़ो। जे पढ़ोगे नाटक चंचलताई वाले फिल्मां ओहियां देखोगे, मन च कल्पना ओहियां लियाओगे तो फिर तो तुसी नहीं खड़ सकते, अग बढ़ेगी। जे करोगे भगती मन टकाओगे, शांत करोगे, साखियां इतिहास पढ़ोगे ते माता गुजरी इन्नी भगती च रंगी गई, इन्ने जप तप च रंगी गई, इन्ने सिमरन च। किन्ना औखा पाई, किन्नी तगड़ी भगती। धन्नो माता गुजरी सब कुछ सहन करती रही। एवें गुजार लवो पाई ना, एवें नहीं गुजरी, उन्हें गुजारी है। आखो श्री गुजारो जिहो जिहा समा है, जिथे जिवें है गुजारा करो, पर भगती नाम सिमरन ना छड्डो। गुरु तेग बहादुर साहब ते गोलियां भी चलियां, किन्ना कुछ होंदा रहा। महाराज शांत ही रहे। हुण एक शब्द आपां गुरु तेग बहादुर साहब जी का पढ़ लीए, 9वें जामे जिहड़े अज औखे समय च जिहड़े लोभ लहर दे तूफान आए, हौमे मैं मेरियां दे गुरु घर ते पिछाड़ आ गए ते 9वां जामा भोरे च बह के
ਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ, ਆਖੋ ਸੀ ਪੜਿਓ। ਪ੍ਰੀਤਮ ਜਾਣ ਲਿਓ ਮਨ ਮਨ, ਪ੍ਰੀਤਮ ਜਾਨ ਲਿਓ ਮਨ ਮਾਹੀ। ਪ੍ਰੀ ਜਿਹੜਾ ਪਿਆਰਾ ਬੰਦਾ ਹੁੰਦਾ ਹੈ, ਜਿਹਦੇ ਨਾਲ ਪਿਆਰ ਉਹਨੂੰ ਕਿਹਾ ਜਾਂਦਾ ਹੈ ਕਿ ਮੇਰੇ ਪਿਆਰਿਆ ਮਨ ਵਿੱਚ ਜਾਣ ਲਾ, ਤੂੰ ਬੜੇ ਭਰਮ 'ਚ ਪਿਆ ਹੋਇਆ। ਸੰਸਾਰ ਮੇਰਾ, ਪੁੱਤ ਧੀ ਮੇਰੇ, ਘਰ ਮੇਰਾ, ਮੈਂ ਮਰ ਨਾ ਜਾਵਾਂ, ਮੇਰਾ ਨੁਕਸਾਨ ਨਾ ਹੋ ਜਾਵੇ। ਗੁਰੂ ਤੋਂ ਵੀ ਬੇਮੁਖ ਹੋ ਜਾਂਦੇ ਆ। ਪਰ ਪਿਆਰਿਆ ਮਨ ਵਿੱਚ ਜਾਣ ਲਾ, ਸਮਝ। ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਹ ਸਾਰਾ ਸੰਸਾਰ ਆਪਦੇ ਸੁਖ ਲਈ ਜੁੜਿਆ ਹੈ, ਕੋਈ ਨਹੀਂ ਕਿਸੇ ਦਾ। ਮਤ ਕਹੀਂ ਕਿ ਕੋਈ ਮੇਰਾ ਹੈ, ਮੈਂ ਕਿਸੇ ਦਾ ਹਾਂ, ਇਹ ਭੁਲੇਖਾ ਨਾ ਖਾ ਜਾਵੀਂ। ਇਹ ਸਾਰਾ ਜਗ ਫਸਿਆ ਪਿਆ ਹੈ, ਫਾਹਾ ਲਿਆ ਹੋਇਆ ਇਹਨਾਂ ਨੇ। ਇਹ ਕੋਈ ਨਹੀਂ ਕਿਸੇ ਦਾ, ਇਹਨਾਂ ਤੇ ਯਕੀਨ ਨਾ ਕਰ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌ ਦਿਸ ਘੇਰੇ। ਸੁੱਖ ਵਿੱਚ ਛੱਡਦੇ ਹੀ ਨਹੀਂ, ਘੇਰਾ ਹੀ ਪਾਈ ਰੱਖਦੇ। ਮਿਲ ਕੇ ਆਣ ਕੇ ਬੈਠ ਕੇ ਘੇਰਾ ਹੀ ਘੱਤ ਲੈਂਦੇ ਆ, ਫਿਰ ਪੂਰਾ ਹੀ ਪਿੰਡ ਇਕੱਠਾ ਕਰ ਲੈਂਦੇ ਆ, ਮੁੜ ਕੇ ਇੱਕ ਵੀ ਨਹੀਂ ਲੱਭਦਾ। ਸੁੱਖ ਵਿੱਚ ਆਣ ਕੇ ਸਾਰੇ ਘੇਰੇ ਪਾ ਲੈਂਦੇ ਆ, ਪੂਰੇ ਘੇਰੇ ਪਾ ਕੇ ਬਹਿ ਜਾਂਦੇ ਆ। ਰਿਸ਼ਤੇਦਾਰ, ਭੈਣ ਭਾਈ, ਪੂਰਾ ਨਗਰ ਤੁਹਾਡੇ ਪਿੱਛੇ ਪਿੱਛੇ ਫਿਰੇਗਾ। ਜੇ ਚੰਗਾ ਸੁੱਖ ਪਦਾਰਥ ਬਣਿਆ ਨਾ, ਪੂਰਾ ਪਿੰਡ ਖੜ ਜਾਏਗਾ ਆਣ ਕੇ ਤੁਹਾਡੇ ਚਾਰੇ ਪਾਸੇ, ਸਾਰੇ ਰਿਸ਼ਤੇਦਾਰ ਖੜ ਜਾਣਗੇ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੇ। ਜੇ ਪੈ ਗਈ ਵਿਪਤਾ ਤੇ ਇੱਕ ਵੀ ਨੇੜੇ ਨਹੀਂ ਆਉਣਾ, ਸਾਰਾ ਪਿੰਡ ਹੀ ਭੱਜੇਗਾ, ਲੱਭੇਗਾ ਨਹੀਂ। ਸਾਰੇ ਰਿਸ਼ਤੇਦਾਰ ਭੱਜ ਜਾਣਗੇ, ਇੱਕ ਵੀ ਨੇੜੇ ਨਹੀਂ ਆਏਗਾ। ਜੇ ਪਈ ਵਿਪਤਾ ਤੇ ਇੱਕ ਨੇ ਵੀ ਨਹੀਂ ਖੜਨਾ। ਕਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਇਹ ਤਾਂ ਅਸੀਂ ਲੋਕਾਂ ਦੀ ਗੱਲ ਆ। ਹੁਣ ਤੂੰ ਸੁਣ ਲੈ ਆਪਣੀ ਘਰ ਵਾਲੀ ਬਾਰੇ, ਜਿਹੜੇ ਸਦਾ ਹੀ ਤੇਰੇ ਸੰਗ ਲੱਗੀ ਹੋਈ ਹੈ ਨਾ, ਤੇਰੇ ਬਿਨਾਂ ਰਹਿੰਦੀ ਨਹੀਂ, ਜੀਦੀ ਨਹੀਂ, ਤੇਰਾ ਨਾਮ ਤੇ ਆਉਂਦੀ ਏ। ਹਾਂਜੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਤੂੰ ਮਰ ਗਿਆ ਨਾ, ਜੇ ਤੂੰ ਫਿਰ ਇਹਨੂੰ ਦਿਸੇ ਆਣ ਕੇ, ਇਹਨੇ ਕਹਿਣਾ ਪ੍ਰੇਤ ਆ ਗਿਆ। ਕਿਸੇ ਤਰੀਕੇ ਵੀ ਤੇਰਾ ਭਰਮ ਵੀ ਪੈ ਗਿਆ ਨਾ, ਤੇ ਪ੍ਰੇਤ ਪ੍ਰੇਤ ਕਹਿ ਕੇ ਭੱਜੇਗੀ। ਤੇਰੇ ਨਾਂ ਤੋਂ, ਤੇਰੇ ਬਿਸਤਰੇ ਤੋਂ, ਤੇਰੇ ਮੰਜੇ ਤੋਂ ਤੇਰੀ ਪਤਨੀ ਡਰੇਗੀ, ਤੇਰੇ ਨਾਂ ਤੋਂ ਡਰੇਗੀ, ਤੇਰੇ ਰੂਪ ਤੋਂ ਡਰੇਗੀ, ਜਿਹੜੀ ਸਦਾ ਹੀ ਸੰਗ ਲੱਗੀ ਰਹਿੰਦੀ ਸੀ। ਅੱਜ ਹੰਸ ਨੇ ਕਾਇਆ ਛੱਡੀ, ਪ੍ਰੇਤ ਪ੍ਰੇਤ ਕਰਕੇ ਭੱਜ ਗਈ। ਧੰਨ ਬਾਬਾ ਮਾਹਰ ਨਾਮ ਸਿੰਘ ਜੀ ਮਹਾਰਾਜ ਪੁੱਛੋ ਵਿੱਚ ਬਿਰਾਜਮਾਨ ਹੈ। ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਬਹਾਵਲਪੁਰ ਤੋਂ ਜੋੜਾ ਆਇਆ, ਪਤੀ ਪਤਨੀ, ਜਿਨ੍ਹਾਂ ਦੀ ਰਿਸ਼ਤੇਦਾਰੀ ਕੱਚੀ ਪੁੱਛੋ ਸੀ। ਤੇ ਭਾਈ ਬਖਤੌਰ ਪੇਕੇ ਸੀ ਬੀਬੀ ਦੇ। ਉਹਦੇ ਨਾਲ ਕੌਤਕ ਐਸਾ ਹੋਇਆ ਕਿ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਉਹਦੇ ਪਰਿਵਾਰ ਨੇ ਉਹਦੀ ਕਿਰਿਆਕਰਮ ਕਰਕੇ ਉਹਨੂੰ ਅਸਥੀ ਤੇ ਪਾ ਕੇ ਸਾੜਨ ਵਾਸਤੇ ਲੈ ਕੇ ਜਾ ਰਹੇ ਨੇ, ਬੰਨਿਆ ਹੋਇਆ ਸੀੜੀ ਤੇ ਰੱਸੀਆਂ ਨਾਲ।
अगे मटकी फोड़ी, भांडा कड़ा भन्निया, एक पैर हिलिया, दूजा पैर हिलिया, हैरान सारे कि मुर्दे का पैर हिलिया, डरते भी नहीं। उन्हें कहा मेरी रस्सियां खोलो वड्डो, खोलिया तो बीबी उठ के घरे आई। सारे काले ने पुछो होई की। उस बीबी ने गल सुनाई कि मैनू जम लैके जा रहे सी ते एक महापुरख आए, उन्होंने छड़ाया। आखो सी वाह। नाल अपना एड्रैस दसिया कि डेरा रूमी वाला पुछो कड़ा। साडा स्थान डेरा रूमी वाला है, पुछो कड़ा है। पुछो पिंड च रिश्तेदारी सी, गलबात हुई, सब कुछ ये सब कुछ दसिया। बीबी तड़फ रही केड़ा वेला होवे बाबा जी कोल जाइए, दर्शन करिए। अपने पति नूं नाल लैके कुछ भेटा शरदा लैके। हुण देखो वो बीबी मर के चली गई। उनकी केड़ी चीज़ सी, शरीर तो इत्थे रह गया। जब ही हंस तजी एक आया, वो जान जिहड़ी उत्थे गई सूखम हुंदी। बाबा जी रूमी वाले डेरे पुछो बैठे ने, बाबा जी उत्थे किवें चले गए? सूखम जम बड़े सूखम ने। कोरोना वायरस ही नहीं किसी को दिसदा, जम कितों दिस पैने? ये नहीं किसी को दिसदा। जब ही हंस तजिए का आया, बाबा जी ने वापस मोड़िया, जमा तो छड़ाया, जिंद फिर अपने शरीर च आई। बाबा जी दे दर्शनां नूं आए। सारा दिन बैठे रहे, बाबा जी दे दर्शन नहीं होए। शामां नूं कहंदे रिश्तेदारी च रात कट लैने, सवेरे आ जाएंगे। उदों डंडियां सी, सड़कां नहीं सी। अजकल दे चौंक जार सड़कां नहीं, कच्ची पुच्छो दा कच्चा रस्ता से। उस पगडंडी च पै गए। अगों सेवक बाबा जी का संगी प्यारा सोहन सिंह मिल गया। वो वापस घरे ले आया कि सवेरे असी तुहानू बाबा जी के दर्शन करा रहे हैं। उन्हें सारी साखी सुनी। सेवक का मन भी गद होया कि साडे गुरु साडे मुरशद जिहड़े सानू मिले ने, दरगाह दे मालक ने, जमा तो छड़ा दिंदे आ। होर मन उत्साह विच आया। पेख पेख स्वामी की शोभा, सेवक को निगटी हुए दिखावे। बिना वेखे तो मन मनदा नहीं। सवेरे बाबा जी कहते तू पछाण लेंगी बीबी? कहती हाँ पछाण लाँगी। जदों लियाए बाबा जी, लंगर वालों रस्ता सी टिले का, जिथे हुण लंगर बनिया। इधर चढ़ते सी टिल्ला साहब, तो पहलों बहुत पुराने बंदियां नूं पता है। फिर दूजे पासे इधर बाबा जी ने छोटी पौड़ी रखी सी, बड़ी उधरों बनाती सी। इधर दी वो बीबी आई, बाबा जी खड़े वेख के दूरों पछाण लिया। बस रह नहीं सकी, भज के बाबा जी कोल चली गई। यही बाबा जी ने आखो सी, इन्हां मैनू जमा तो छड़ाया। तब बाबा जी ने चरना ते ढह पी, नाल दे भी बाबा जी ने मेहर कृपा की। उस बीबी नूं सत दा उपदेश दिता कि तेरा कोई कर्म सी पूर बड़ा, भाग सी, जिंदे सदका वो तेनू इत्थे लैके आया। आखो सी कोई पूर बड़ा कर्म सी मेरा। मेला होया साधुआं दा, पढ़ो सारे। कोई पूर बड़ा कर्म सी मेरा, मेला होया साधुआं दा। कोई पूर भला कर्म से मेरा।
ਬਾਬਾ ਜੀ ਨੇ ਮਿਹਰ ਕਿਰਪਾ ਕੀਤੀ, ਦਇਆ ਦ੍ਰਿਸ਼ਟੀ ਕੀਤੀ। ਉਹਨਾਂ ਨੇ 15 ਰੁਪਈਏ ਬਾਬਾ ਜੀ ਦੇ ਚਰਨਾਂ 'ਚ ਭੇਟਾ ਰੱਖੀ। ਬਾਬਾ ਜੀ ਕਹਿੰਦੇ ਨਹੀਂ ਭਾਈ, ਅਸੀਂ ਮਾਇਆ ਨਹੀਂ ਲੈਣੀ ਤੁਹਾਡੇ ਤੋਂ। ਉਸ ਨੂੰ ਕੰਨਿਆ ਕੰਨਿਆ ਕਰਕੇ ਬਾਬਾ ਜੀ ਕਹਿ ਰਹੇ ਨੇ। ਛੋਟੀ ਉਮਰਾਂ ਦੀ ਬੀਬੀਆਂ ਨੂੰ ਬਾਬਾ ਜੀ ਕੰਨਿਆ ਕਰਕੇ ਬੁਲਾਉਂਦੇ ਸੀ। ਉਹਨੂੰ ਆਪਣੀਆਂ ਬੱਚੀਆਂ ਵਾਂਗੂ ਸਮਝ ਰਹੇ, ਅਸੀਂ ਪੈਸਾ ਨਹੀਂ ਲੈਣਾ। ਆਪਣੀ ਬੱਚੀ ਸਮਝ ਕੇ ਉਹਨਾਂ ਜਮ੍ਹਾਂ ਤੋਂ ਬਚਾਇਆ, ਆਪਣੀ ਸੰਗਤ 'ਚ ਬੁਲਾਇਆ। ਜਿਹਨੂੰ ਕੰਨਿਆ ਕਹਿਤਾ ਆਪਣੀ ਬੱਚੀ ਸਮਝ ਲਿਆ। ਬਾਬਾ ਜੀ ਕਹਿੰਦੇ ਪੈਸਾ ਨਹੀਂ ਅਸੀਂ ਲੈਣਾ। ਉਹ ਬਹੁਤ ਤਰਲੇ ਲੈਣ ਲੱਗੇ। ਬਾਬਾ ਜੀ ਨੇ 5 ਰੁਪਈਏ ਰੱਖ ਲਏ, 10 ਰੁਪਈਏ ਮੋੜ ਕੇ ਕਹਿੰਦੇ ਤੁਸੀਂ ਇਹਦਾ ਸਧਾਰਨ ਪਾਠ ਕਰਾ ਦਿਆ ਜੀ, ਇਹ ਲੈ ਜਾਓ। 5 ਰੁਪਈਏ ਰੱਖੇ ਦੇ ਬਖਸ਼ਿਸ਼ ਕਿਰਪਾ ਦੇ ਕੇ ਉਸ ਪਰਿਵਾਰ ਨੂੰ ਤੋਰਿਆ। ਅੱਜ ਬਾਬਾ ਮਾਹਰ ਨਾਮ ਸਿੰਘ ਜੀ ਕਿੱਥੇ, ਉਹ ਜਾਣਦੇ ਹੀ ਨਹੀਂ। ਕਿੱਥੇ ਬਹਾਵਲਪੁਰ ਦੇ ਵਿੱਚ ਮੌਤ ਹੋਈ। ਬਾਬਾ ਜੀ ਨੇ ਉੱਥੇ ਪਹੁੰਚ ਕੇ ਜਾ ਕੇ ਛਡਾਇਆ। ਤੇ ਪਿਆਰਿਓ, ਅੱਜ ਭਾਵੇਂ ਬਾਬਾ ਜੀ ਨੂੰ 100 ਸਾਲ ਹੋ ਗਿਆ ਏ, ਜੇ 100 ਮੀਲ ਤੇ ਜਾ ਸਕਦੇ ਆ ਨਾ, ਤੇ 100 ਸਾਲ ਬਾਅਦ ਵੀ ਕੁਝ ਕਰ ਸਕਦੇ ਆ। ਉਹਨਾਂ ਦੀ ਮਹਾਨ ਸ਼ਕਤੀ ਹੈ, ਬਿਰਾਜਮਾਨ ਹੈ। ਸਾਡੇ ਪੂਰਨ ਮਹਾਂਪੁਰਖ ਬਾਬਾ ਖੇਮ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ ਬਹੁਤ ਦਰਗਾਹੀ ਰੂਹਾਂ ਸੀ। ਅਸੀਂ ਇਹਨਾਂ ਮਹਾਂਪੁਰਖਾਂ ਦਾ ਹਜ਼ਾਰਾਂ ਜਨਮ ਧਾਰ ਕੇ ਵੀ ਦੇਣਾ ਨਹੀਂ ਦੇ ਸਕਦੇ। ਅਰਦਾਸਾਂ ਕਰਨੇ ਆ ਕਿ ਬਾਬਾ ਜੀ ਸਾਡਾ ਜਨਮ ਜਨਮ ਤੁਹਾਡੇ ਲੇਖੇ। ਅਸੀਂ ਐਸੀਆਂ ਰੂਹਾਂ ਪਵਿੱਤਰ ਦਾ ਦੇਣਾ ਨਹੀਂ ਦੇ ਸਕਦੇ। ਬਾਬਾ ਕੁੰਦਨ ਸਿੰਘ ਜੀ ਨੇ ਪਾਲਿਆ, ਪੋਸਿਆ, ਸੰਭਾਲਿਆ। ਬਾਬਾ ਖੇਮ ਸਿੰਘ ਜੀ ਨੇ ਆਪਣੇ ਘਰ ਦੀ ਸੇਵਾ ਬਖਸ਼ੀ। ਅਸੀਂ ਕਿੱਥੋਂ ਦੇਣੀਆਂ ਦੇ ਦਾਂਗੇ? ਅਸੀਂ ਕਿਸੇ ਜਨਮ ਵੀ ਨਹੀਂ ਦੇਣੀਆਂ ਦੇ ਸਕਦੇ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ, ਇੱਕ ਹੀ ਰੂਪ ਨੇ, ਮਹਾਂਪੁਰਖਾਂ ਦੇ ਦੋ ਨਹੀਂ ਹੁੰਦੇ। ਧੰਨ ਧੰਨ ਬਾਬਾ ਖੇਮ ਸਿੰਘ ਜੀ ਸਾਡੀ ਜਾਨ ਤੋਂ ਵੀ ਵੱਧ ਪਿਆਰੇ ਆ। ਉਹਨਾਂ ਦਾ ਹੱਥ ਸਾਡੇ ਸਿਰ ਤੇ ਬਣਿਆ ਰਵੇ। ਅਸੀਂ ਉਹਨਾਂ ਦੇ ਦਾਸ ਬਣ ਕੇ ਸੇਵਾ ਕਰਦੇ ਰਹੀਏ, ਉਹਨਾਂ ਦੇ ਦਾਸਾਂ ਦੀ ਵੀ ਦਾਸ ਬਣ ਕੇ ਰਹੀਏ। ਆਪਣੇ ਦਾਸਾਂ ਦਾ ਵੀ ਦਾਸ ਬਣਾਉਣ, ਆਪਣੀ ਸੇਵਾ ਸਿਰ ਤੇ ਹੱਥ ਰੱਖ ਕੇ ਲੈਣ। ਮਾੜੇ ਚੰਗੇ ਭਲੇ ਬੁਰੇ ਅਸੀਂ ਸੰਤਨ ਕੀ ਹਉ ਛੇਦ ਲਈ ਆਖੋ ਸੀ। ਅਸੀਂ ਉਹਨਾਂ ਦੇ ਚਰਨਾਂ ਦੇ ਸੇਵਕਾਂ ਦਾਸ ਹਾਂ। ਤੇਰੇ ਸੰਤਾਂ ਦੇ ਚਰਨਾਂ ਦੀ ਰੇਣਕਾ ਧੂੜ ਨਮਸਕਾਰ ਹੈ ਸਾਨੂੰ, ਸਾਡੀ ਪੂਰਨ ਮਹਾਂਪੁਰਖਾਂ ਨੂੰ, ਉਹਨਾਂ ਰੂਹਾਂ ਨੂੰ। ਧੰਨ ਨੇ ਉਹ ਰੂਹਾਂ। ਧੰਨ ਬਾਬਾ ਆਨੰਦ ਸਿੰਘ ਜੀ ਨੇ, ਧੰਨ ਬਾਬਾ ਈਸ਼ਰ ਸਿੰਘ ਜੀ, ਧੰਨ ਬਾਬਾ ਕੁੰਦਨ ਸਿੰਘ ਜੀ ਨੇ। ਇਸ ਪੁੱਛੋ ਦੀਆਂ ਪਵਿੱਤਰ ਰੂਹਾਂ ਬਾਬਾ ਮਾਹਰ ਨਾਮ ਸਿੰਘ ਜੀ ਤੋਂ ਵਰਸਾਏ ਹੋਏ ਸਾਧੂ ਸੰਤ ਮਹਾਂਪੁਰਖ, ਬਾਬਾ ਜੀ ਦੇ ਘਰ ਦੇ ਸਭ ਸੰਗੀ ਸੇਵਕ। ਗੁਰੂ ਸਾਹਿਬ ਕਹਿੰਦੇ ਆ, ਜਦੋਂ ਹੰਸ ਨੇ ਕਾਇਆ ਤਜੀ ਤੇ ਪ੍ਰੇਤ ਕਹਿਣ ਲੱਗੀ ਪਤੀ ਨੂੰ ਅੱਗੇ, ਇਹ ਬਿਦ ਕੋ ਬਿਵਹਾਰ ਬਨਿਓ ਹੈ, ਜਾਸਿਓ ਨੇ ਹੋ ਲਗਾਇਓ। ਇਹ ਵਿਧੀ ਨਾਲ ਸਾਰਾ ਵਿਵਹਾਰ ਬਣਿਆ ਹੋਇਆ ਹੈ, ਤੂੰ ਜਿੰਦੇ ਨਾਲ ਨਿਉ ਲਾਈ ਬੈਠਾ ਹੈ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨ ਆਇਓ। ਅੰਤ ਵੇਲੇ ਵੀ ਇਹ ਚੀਜ਼ ਹੀ ਹੈ। ਅੱਜ ਜੋ ਤੂੰ ਦੇਖ ਰਿਹਾ ਨਾ, ਸੰਸਾਰ ਔਖੇ ਸਮੇਂ 'ਚ ਨਹੀਂ ਖੜਦਾ, ਤੇ ਅੰਤ ਵੇਲੇ ਵੀ ਨਹੀਂ ਕਿਸੇ ਨੇ ਖੜਨਾ। ਕੋਈ ਦੁੱਖ ਸੁੱਖ ਤੇਰੇ ਤੇ ਆਉਂਦਾ, ਤੇਰੇ ਨਾਲ ਨਹੀਂ ਕੋਈ ਖੜਦਾ, ਤੇ ਬਿਨਾਂ ਹਰ ਜੀ ਤੋਂ ਕਿਸੇ ਕੰਮ ਨਹੀਂ ਆਉਣਾ। ਇਸ ਕਰਕੇ ਆਪਣੇ ਗੁਰੂ ਨੂੰ ਧਿਆੜਾ, ਗੁਰੂ ਨੂੰ ਜਪੜਾ, ਜਿਹੜਾ ਤੇਰੇ ਹਰ ਵਕਤ ਕੰਮ ਆਏਗਾ। ਉਹਦੇ ਚਰਨਾਂ 'ਚ ਮਨ ਰੱਖ। ਜਿਹੜੇ ਪਾਠੀ ਸਿੰਘਾਂ ਨੇ ਇੰਨਾ ਲੰਬਾ ਸਮਾਂ ਭੋਰੇ 'ਚ ਰਹਿ ਕੇ ਪਾਠ ਪੂਜਾ ਸਿਮਰਨ ਕੀਤਾ, ਦੁਨੀਆ ਦੀਆਂ ਬਿਮਾਰੀਆਂ ਕਲੇਸ਼ਾਂ ਤੋਂ ਬਚੇ, ਆਪ ਲੋਕਾਂ ਨੂੰ ਵੀ ਬਚਾਇਆ, ਪੂਰੀ ਮਰਜ਼ਾਦਾ ਦੇ ਵਿੱਚ ਰਹੇ,
ਉਹਨਾਂ ਦਾ ਧੰਨਵਾਦ ਹੈ। ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਉਹਨਾਂ ਦਾ ਵੀ ਸਤਿਗੁਰ ਕਿਰਪਾ ਕਰਨ, ਸੇਵਾ ਥਾਂ ਪਾਉਣ। ਤੇ ਹੁਣ ਸਮਾਪਤੀ ਹੈ। ਇਵੇਂ ਹੀ ਭਾਈ ਅੰਦਰ ਵੜ ਕੇ ਬਚ ਜਾਓ। ਦੁਨੀਆ ਦੇ ਵਾਇਰਸ ਤੋਂ ਵੀ ਬਚ ਲੋਗੇ, ਜੰਜਾਲਾਂ ਤੋਂ ਵੀ ਬਚ ਲੋਗੇ। ਸਾਵਧਾਨੀ ਵੀ ਰੱਖਣੀ ਹੈ। ਕੋਈ ਬੰਦਾ ਸਾਡੇ 'ਚ ਦੂਜਾ ਐਸਾ ਨਾ ਆ ਜੇ ਜਿੱਥੋਂ ਸਾਨੂੰ ਰੋਕਿਆ ਜਾ ਰਿਹਾ। ਹੁਣ ਹੁਕਮਨਾਮਾ ਸੁਣੋ ਤੇ ਸਮਾਪਤੀ ਹੈ। ਧੰਨ ਗੁਰੂ। ਹਰ ਜਿਸ ਗਾਇਓ